ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਇਸ ਪ੍ਰੋਗਰਾਮ ਦੀ ਰੂਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਅਪ੍ਰੈਲ 2017 31 ਚੇਤ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪਹਿਲੇ ਇਸ਼ੂ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਅੱਜ 13 ਅਪ੍ਰੈਲ ਦਾ ਦਿਨ ਹੈ ਜੀ, ਤੇ ਸਾਡੀਆਂ ਯਾਦਾਂ ਦੇ ਵਿੱਚ ਜਦੋਂ ਅਸੀਂ 13 ਅਪ੍ਰੈਲ ਦੀ ਗੱਲ ਕਰਦੇ ਹਾਂ ਤੇ ਫਿਰ ਦੋ ਖੂਨੀ ਵਿਸਾਖੀਆਂ ਜਿਹੜੀਆਂ ਕਿ 13 ਅਪ੍ਰੈਲ ਨੂੰ ਵਾਪਰੀਆਂ ਜੀ, ਉਹਨਾਂ ਦਾ ਧਿਆਨ ਆਉਂਦਾ ਹੈ। ਬੇਸ਼ੱਕ ਇੱਕ ਵਕਤ ਸੀ ਕਿ ਬਹੁਤ ਵਾਰ ਜਦੋਂ ਬਿਕਰਮੀ ਕੈਲੰਡਰ ਘੁੰਮਦਾ ਹੈ ਤੇ ਵਿਸਾਖੀ ਕਦੇ 12 ਅਪ੍ਰੈਲ ਨੂੰ, ਕਦੇ 14 ਅਪ੍ਰੈਲ ਨੂੰ, ਤੇ ਬਹੁਤ ਵਾਰ 13 ਅਪ੍ਰੈਲ ਨੂੰ ਵੀ ਆਉਂਦੀ ਸੀ। ਸੋ ਬਹੁਤਿਆਂ ਨੂੰ ਇਹੀ ਲੱਗਦਾ ਹੈ ਵੀ ਵਿਸਾਖੀ ਹੁੰਦੀ 13 ਅਪ੍ਰੈਲ ਨੂੰ। ਹਾਲਾਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ 14 ਅਪ੍ਰੈਲ ਦਾ ਦਿਨ ਜਿਹੜਾ ਹੈ ਉਹ ਵਿਸਾਖੀ ਦਾ ਦਿਨ ਨਿਰਧਾਰਿਤ ਹੈ ਜੀ। ਪਰ ਬਦਕਿਸਮਤੀ ਹੈ ਕਿ ਜਿਸ ਅੰਦਾਜ਼ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕੀਤਾ ਗਿਆ, ਇਸ ਵਾਰ ਇਹ 13 ਅਪ੍ਰੈਲ ਨੂੰ ਹੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਜੀ। ਪਰ ਅਸੀਂ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਜਿਹੜਾ ਹੈ ਉਹ ਹਰ ਦਿਨ ਨੂੰ ਡਿਸਕਸ ਕਰਦੇ ਹਾਂ, ਸੋ ਅਸੀਂ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਵਾਲੇ ਸੈਗਮੈਂਟ ਦੇ ਵਿੱਚ ਹੀ ਕਰਾਂਗੇ। ਪਰ 13 ਅਪ੍ਰੈਲ ਦੀ ਇੱਕ ਆਪਣੀ ਅਹਿਮੀਅਤ ਹੈ, ਔਰ ਜਿਵੇਂ ਮੈਂ ਜ਼ਿਕਰ ਕੀਤਾ, ਜੇ ਅਸੀਂ 20ਵੀਂ ਸਦੀ ਵੱਲ ਦੇਖੀਏ, ਭਾਵੇਂ ਸਾਡੇ ਇਤਿਹਾਸ 'ਚ 18ਵੀਂ ਸਦੀ ਦੇ ਇਤਿਹਾਸ 'ਚ ਜਦੋਂ ਅਸੀਂ ਸਰਬੱਤ ਖਾਲਸਾ ਪਰੰਪਰਾ ਦੀ ਗੱਲ ਕਰਦੇ ਜੀ, ਜਿਹੜੀ ਕਿ ਅਕਾਲ ਤਖਤ ਦੀ ਛਤਰ ਛਾਇਆ ਹੇਠ ਉਸ ਦੌਰ 'ਚ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਪੰਜਾਬ ਦੇ ਵਿੱਚ ਸਿੱਖਾਂ ਦੀ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਨਸਲਕੁਸ਼ੀ ਕੀਤੀ ਗਈ। ਬਿਲਕੁਲ ਪੰਜਾਬ ਛੱਡ ਕੇ ਝਾੜ ਖਾਲਸੇ ਵਾਲੀ ਗੱਲ ਸੀ। ਕੋਈ ਕਿਸੇ ਝਾੜੀ 'ਚ ਲੁਕਿਆ, ਕੋਈ ਕਿਸੇ ਉਹ ਵੀ ਰਾਜਸਥਾਨ ਦੇ ਡੈਜ਼ਰਟਸ ਦੇ ਵਿੱਚ, ਜਾਂ ਦਰਿਆ ਦਾ ਜਿਹਨੂੰ ਮੰਡ ਇਲਾਕਾ ਕਹਿੰਦੇ ਨੇ, ਮਾਸਟ ਏਰੀਆਜ਼, ਤੇ ਜਾਂ ਲੱਖੀ ਜੰਗਲ ਜਿਹੜਾ ਕਿ ਜਿਸ ਦਾ ਨਾਂ ਹੀ ਕਈ ਵਾਰ ਇੱਥੋਂ ਆਉਂਦਾ ਕਿ 1 ਲੱਖ ਦੀ ਗਿਣਤੀ 'ਚ ਉੱਥੇ ਦਰਖਤ ਸਨ। ਇਸ ਕਿਸਮ ਦੇ ਡੀਪ ਫੋਰੈਸਟ ਦੇ ਵਿੱਚ ਹੀ ਉਹ ਸਰਵਾਈਵ ਕਰਦੇ ਸਨ ਜੀ। ਲੇਕਿਨ ਉਸ ਪੀਰੀਅਡ 'ਚ ਵੀ ਜਦੋਂ ਥੋੜ੍ਹੀ ਸਟਰੈਂਥ ਬਣਨ ਲੱਗੀ ਔਰ ਖ਼ਾਸ ਤੌਰ 'ਤੇ ਜਿਹੜਾ ਮੁਗਲਿਆ ਸਾਮਰਾਜ ਕਮਜ਼ੋਰ ਹੋਇਆ, ਨਾਦਰ ਸ਼ਾਹ ਆਇਆ, ਫਿਰ ਅਬਦਾਲੀ ਦੇ ਹੱਲੇ ਸ਼ੁਰੂ ਹੋਏ, ਫਿਰ ਦੀਵਾਲੀ ਤੇ ਵਿਸਾਖੀ, ਇਹ ਦੋ ਦਿਨ ਇਹਨਾਂ ਨੂੰ ਅਸੀਂ ਇਵੇਂ ਹੀ ਜਾਣ ਲਈਏ ਜਿਵੇਂ ਅੱਜ ਦੇ ਪੀਰੀਅਡ ਦੇ ਵਿੱਚ ਜਦੋਂ ਡੈਮੋਕ੍ਰੇਸੀਜ਼ ਦੇ ਸੈਸ਼ਨ ਹੁੰਦੇ ਨੇ ਲੈਜਿਸਲੇਚਰਸ ਦੇ, ਤੇ ਇੱਕ ਸਮਰ ਤੇ ਇੱਕ ਵਿੰਟਰ ਸੈਸ਼ਨ ਹੁੰਦਾ, ਤੇ ਮਕਸਦ ਇਹੀ ਹੁੰਦਾ ਹੈ ਕਿ ਵੀ ਵਿਚਾਲੇ ਗੈਪ ਹੁੰਦਾ ਕਿ ਜਿਹੜੇ ਮਸਲੇ ਨੇ ਕੁਛ ਵਿੰਟਰ 'ਚ ਕੁਛ। ਜੇ ਦੀਵਾਲੀ ਔਰ ਵਿਸਾਖੀ ਜਿਹੜੀ ਕਿ ਯੂਜਲੀ ਵਿਸਾਖੀ ਜਿਹੜੀ ਆ ਉਹ ਅਪ੍ਰੈਲ ਦੇ ਵਿੱਚ ਔਰ ਦੀਵਾਲੀ ਜਿਹੜੀ ਆ ਉਹ ਅਕਤੂਬਰ ਦੇ ਵਿੱਚ ਹੀ ਆਉਂਦੀ ਹੈ, ਬਣਦੀ ਹੈ। ਸੋ ਉਸ ਲਿਹਾਜ਼ ਨਾਲ ਇਹ ਸਾਡੇ ਖਾਲਸਾ ਪਾਰਲੀਮੈਂਟ ਦੇ ਸੈਸ਼ਨ ਸਨ ਜਿਹੜੇ ਕਿ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਸਿੰਘ ਇਕੱਠੇ ਹੋ ਕੇ ਕਰਦੇ ਸੀ। ਉਸ ਦੇ ਵਿੱਚ ਜਿਹੜੀਆਂ ਨੇ ਧਾਰਮਿਕ, ਸਿਆਸੀ, ਸਮਾਜਿਕ ਚੈਲੰਜ, ਵਿਉਂਤਬੰਦੀ, ਗੁਰਮਤੇ, ਇਹ ਕੀਤੇ ਜਾਂਦੇ ਸੀ। ਇਸ ਤੋਂ ਇਲਾਵਾ ਵੀ ਜਦੋਂ ਕੋਈ ਐਮਰਜੈਂਸੀ ਸਿਚੁਏਸ਼ਨ ਡਿਵੈਲਪ ਹੁੰਦੀ ਸੀ ਤੇ ਕੋਈ ਵੀ ਸਰਬੱਤ ਖਾਲਸਾ ਜਿਹੜਾ ਐਮਰਜੈਂਸੀ ਦੇ ਉੱਤੇ ਵੀ ਕਾਲ ਕੀਤਾ ਜਾ ਸਕਦਾ ਸੀ। ਸੋ ਉਹ 18ਵੀਂ ਸਦੀ ਦੀਆਂ ਕਿੰਨੀਆਂ ਦੀਵਾਲੀਆਂ ਜਾਂ ਕਿੰਨੀਆਂ ਵਿਸਾਖੀਆਂ ਖੂਨੀ ਰਹੀਆਂ। ਕਿੰਨਿਆਂ ਨੇ ਦਰਬਾਰ ਸਾਹਿਬ ਦੇ ਸਰੋਵਰ 'ਚ ਇੱਕ ਚੁੱਭਾ ਲਾਉਣ ਦੇ ਲਈ, ਜਿਹਦੇ ਲਈ ਅਸੀਂ ਅਰਦਾਸ 'ਚ ਅੱਜ ਵੀ ਸ਼ਬਦ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਪੜ੍ਹਦੇ ਹਾਂ, ਅੰਮ੍ਰਿਤਸਰ ਦੀ ਸਰਜ਼ਮੀਨ ਤੇ ਆ ਕੇ ਉਹਨਾਂ ਨੇ ਸ਼ਹੀਦੀਆਂ ਪਾਈਆਂ, ਇਹ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਔਰ ਜੇ ਇਹ ਕਿਹਾ ਜਾਏ ਕਿ ਅੰਮ੍ਰਿਤਸਰ ਦਾ ਆਲਾ ਦੁਆਲਾ ਮੀਲਾਂ ਤੱਕ ਹਰ ਜ਼ਰਾ ਉਸ ਦਾ ਮੁਕੱਦਸ ਹੈ, ਕਿਉਂਕਿ ਹਰ ਉਸ ਜ਼ਰੇ ਦੇ ਉੱਤੇ ਪਤਾ ਨਹੀਂ ਕਿੰਨੇ ਸਿੱਖਾਂ ਦਾ ਖੂਨ ਜਿਹੜਾ ਉਹ ਡੁੱਲਿਆ ਇਸ ਚਾਹਨਾ ਦੇ ਵਿੱਚ ਕਿ ਅਸੀਂ ਗੁਰੂ ਦੇ ਦਰਬਾਰ, ਇਸ ਮੀਰੀ ਪੀਰੀ ਦੇ ਮੁਕਾਮ ਦੇ ਉੱਤੇ ਪਹੁੰਚਣਾ। ਔਰ ਇਹ ਸਾਡਾ ਜਦੋਂ ਅਸੀਂ
ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਦੀ ਗੱਲ ਕਰਦੇ ਜੀ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅੱਜ ਅਕਾਲ ਤਖਤ ਜਿਸ ਦੇ ਲਈ ਅਸੀਂ ਜ਼ਿਆਦਾ ਸ਼ਬਦ ਇਸਤੇਮਾਲ ਕਰਦੇ, ਇਹ ਸਾਡੇ ਇਤਿਹਾਸ 'ਚ ਅਕਾਲ ਬੁੰਗਾ ਕਰਕੇ ਵੀ ਜਾਣਿਆ ਜਾਂਦਾ ਰਿਹਾ। ਬੁੰਗਾ ਕੰਟੋਨਮੈਂਟ ਨੂੰ ਵੀ ਕਹਿੰਦੇ ਨੇ। ਜੀ ਔਰ ਝੰਡੇ ਬੁੰਗੇ ਅੱਜ ਵੀ ਜਿਹੜਾ ਸਾਹਮਣੇ ਬਿਲਕੁਲ ਅਕਾਲ ਤਖਤ ਸਾਹਿਬ ਔਰ ਦਰਸ਼ਨੀ ਡੋੜੀ ਦੇ ਵਿਚਕਾਰ ਸਾਈਡ ਤੇ, ਜਿੱਥੇ ਜੂਨ 6 ਨੂੰ 1984 ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਹੋਰਾਂ ਨੇ ਸ਼ਹੀਦੀ ਪਾਈ, ਉਸੇ ਹੀ ਝੰਡੇ ਬੁੰਗੇ ਦੇ ਮੁਕਾਮ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਯਾਦਗਾਰ ਗੁਰਦੁਆਰਾ ਸਾਹਿਬ ਵੀ ਸੁਭਾਇਮਾਨ ਹੈ। ਜੀ ਸੋ ਇਹ ਸਾਡੀ ਦੋਨੋਂ ਹੀ ਮੀਰੀ ਪੀਰੀ ਦੀ ਝੰਡੇ ਬੁੰਗੇ ਸਾਡੀ ਉਹ ਸੋਵਰਨਿਟੀ ਦਾ ਪ੍ਰਤੀਕ ਨੇ। ਲੇਕਿਨ ਜਿਸ 13 ਅਪ੍ਰੈਲ ਦਾ ਜ਼ਿਕਰ ਮੈਂ ਵਿਸ਼ੇਸ਼ ਤੌਰ ਤੇ ਕਰਨਾ ਚਾਹੁੰਦਾ, ਉਹ 13 ਅਪ੍ਰੈਲ 1919 ਦੀ ਵਿਸਾਖੀ ਦਾ ਦਿਨ, ਅੱਜ ਤੋਂ ਠੀਕ 98 ਸਾਲ ਪਹਿਲਾਂ ਬ੍ਰਿਟਿਸ਼ ਸਾਮਰਾਜ ਔਰ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਅੰਮ੍ਰਿਤਸਰ ਦੇ ਵਿੱਚ ਤਾਇਨਾਤ, ਜਿਸ ਨੂੰ ਭਾਵੇਂ ਅਸੀਂ ਜਨਰਲ ਡਾਇਰ ਕਹਿੰਦੇ ਹਾਂ ਬਟ ਉਹ ਬ੍ਰਿਗੇਡੀਅਰ ਜਨਰਲ, ਜਿਵੇਂ ਮੇਜਰ ਜਨਰਲ, ਬ੍ਰਿਗੇਡੀਅਰ ਜਨਰਲ ਜਾਂ ਲੈਫਟੀਨੈਂਟ, ਹੁਣ ਬ੍ਰਿਗੇਡੀਅਰ ਜਨਰਲ ਨਹੀਂ ਕਹਿੰਦੇ, ਉਸ ਪੀਰੀਅਡ 'ਚ ਮੇਜਰ ਜਨਰਲ, ਲੈਫਟੀਨੈਂਟ ਜਨਰਲ ਦੇ ਨਾਲ ਬ੍ਰਿਗੇਡੀਅਰ ਜਨਰਲ ਵੀ ਸੀ। ਸੋ ਉਹ ਡਾਇਰ ਜਿਹਦੀ ਸਪੈਲਿੰਗ ਜਿਹੜੀ ਹੈ ਉਹ ਵੀ ਡੀ ਦੇ ਨਾਲ ਹੈ, ਜਦੋਂ ਕਿ ਜਿਹੜਾ ਗਵਰਨਰ ਸੀ ਉਹ ਮਾਈਕਲ ਓਡਵਾਇਰ, ਉਹਦੇ ਨਾਲ ਅਪੋਸਟ੍ਰੋਫੀ ਐਸ ਜਿਹੜਾ ਹੈ ਲੱਗਦਾ। ਔਰ ਇਹ ਬਹੁਤੇ ਜਿਹੜੇ ਆਇਰਿਸ਼ ਮੂਲ ਦੇ ਲੋਕ ਨੇ ਉਹਨਾਂ ਦੇ ਨਾਂ, ਜਿਵੇਂ ਇੱਥੇ ਉਹ ਰਾਇਲੀ ਹੈ, ਫੌਕਸ ਨਿਊਜ਼ ਵਾਲਾ, ਇਹਨਾਂ ਦਾ ਸਟਾਈਲ ਹੈ ਨਾਂ ਲਿਖਣ ਦਾ। ਜੀ ਸੋ ਉਹ ਇੱਕ ਆਪਣੇ ਆਪ ਦੇ ਵਿੱਚ, ਜਿਸ ਨੂੰ ਬਹੁਤ ਵਾਰ ਜਦੋਂ ਜਲਿਆਂਵਾਲੇ ਬਾਗ ਦਾ ਜ਼ਿਕਰ ਹੁੰਦਾ ਹੈ, ਇਹ ਜਿਵੇਂ ਜਿਹੜੇ ਸਰਦਾਰਾਂ ਨੇ ਅੰਮ੍ਰਿਤਸਰ ਦੇ ਵਿੱਚ ਆਪਣੇ ਬੁੰਗੇ ਬਣਾਏ ਸਨ ਜਾਂ ਆਪਣੀਆਂ ਰਿਹਾਇਸ਼ਗਾਹਾਂ ਸਨ, ਉਹਨਾਂ ਦੀ ਰਿਹਾਇਸ਼ਗਾਹਾਂ ਦੇ ਨਾਲ ਬੜੇ ਖੂਬਸੂਰਤ ਬਾਗ ਵੀ ਸਨ। ਔਰ ਇਹ ਸਰਦਾਰ ਜੱਲਾ ਜਿਹੜਾ ਸੀ ਉਸ ਦਾ ਬਾਗ ਸੀ, ਜਿਹੜਾ ਲੋਕਾਂ ਦੇ ਵਿੱਚ ਜਲਿਆਂਵਾਲੇ ਬਾਗ ਕਰਕੇ ਮਸ਼ਹੂਰ ਹੋਇਆ। ਔਰ ਇਹ ਕਿਉਂਕਿ ਖੁੱਲੀ ਥਾਂ ਸੀ, ਜਿਸ ਦੇ ਵਿੱਚ ਭਾਵੇਂ ਉਸ ਦੀ ਐਂਟਰੈਂਸ ਬੜੀ ਤੰਗ ਗਲੀ ਸੀ ਅੰਦਰ ਜਾਣ ਨੂੰ, ਪਰ ਖੁੱਲਾ ਬਾਗ ਸੀ ਜਿਸ ਦੇ ਵਿੱਚ 3-4 ਹਜ਼ਾਰ ਬੰਦਾ ਜਿਹੜਾ ਉਹ ਇੱਕੋ ਵੇਲੇ ਸੈਰ ਕਰ ਸਕਦਾ ਸੀ ਜਾਂ ਇਕੱਠੇ ਹੋ ਸਕਦਾ ਸੀ। ਹਾਲਾਂਕਿ ਬਾਗ ਮੋਸਟਲੀ ਸੈਰਗਾਹ ਸਨ, ਲੇਕਿਨ ਬਾਅਦ ਦੇ ਵਿੱਚ ਆਜ਼ਾਦੀ ਲਹਿਰ ਦੇ ਦੌਰਾਨ ਇਸ ਨੂੰ ਜਿਹੜਾ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਇਕੱਠ ਕਰਨ ਲਈ ਵੀ ਵਰਤਿਆ ਜਾਂਦਾ ਸੀ, ਕਿਉਂਕਿ ਉਸ ਵੇਲੇ ਜਿਹੜਾ ਅੱਜ ਆਊਟਰ ਵਾਰਡ ਸਿਟੀ ਤੋਂ ਬਾਹਰ ਅੰਮ੍ਰਿਤਸਰ ਸ਼ਹਿਰ ਹੈ, ਬਹੁਤ ਬਾਅਦ ਦੇ ਵਿੱਚ ਆਬਾਦ ਹੋਇਆ। ਜਿਹੜਾ ਵਾਰਡ ਸਿਟੀ ਹੈ ਉਸ ਦੇ ਵਿੱਚ ਤੁਸੀਂ ਅੱਜ ਵੀ ਦੇਖੋ, ਕਿਉਂਕਿ ਮੈਨੂੰ ਬਚਪਨ ਤੋਂ ਹੀ ਜਾਣਦਾ ਰਹਿਣ ਦਾ ਮੌਕਾ ਵੀ ਮਿਲਦਾ ਰਿਹਾ। ਸੋ ਉਹ ਸਾਰੀਆਂ ਤੰਗ ਭੀੜੀਆਂ ਗਲੀਆਂ, ਇੱਧਰ ਬਾਜ਼ਾਰ ਮਾਈ ਸੇਵਾ, ਇੱਧਰ ਗਲੀ ਬਾਗ ਵਾਲੀ ਇੱਕ ਗਲੀ ਜਿਹਦੇ 'ਚ ਸਾਡੇ ਇੱਕ ਬੜੇ ਕਲੋਜ਼ ਜਿਹੜੇ ਰਿਸ਼ਤੇਦਾਰ ਰਹਿੰਦੇ ਸੀ, ਉਹਨਾਂ ਕੋਲ ਅਸੀਂ ਠਹਿਰਦੇ ਸੀ, ਉਹਦਾ ਨਾਂ ਹੀ ਗਲੀ ਬਾਗ ਵਾਲੀ ਸੀ। ਔਰ ਜੂਨ 84 ਦੇ ਹਮਲੇ ਵੇਲੇ ਵੀ ਜਦੋਂ ਉਸ ਰਾਹੀਂ ਐਗਜ਼ਿਟ ਦੀ ਗੱਲ ਆਈ ਤੇ ਮੇਰੇ ਮਨ 'ਚ ਉਹ ਬਚਪਨ ਦੀ ਗਲੀ ਬਾਗ ਵਾਲੀ, ਕਿਉਂਕਿ ਬਾਗ ਗਾਰਡਨਸ ਅੰਮ੍ਰਿਤਸਰ ਇੱਕ ਸਟੇਜ ਦੇ ਉੱਤੇ ਬਹੁਤ ਵੱਡਾ ਜਿਹੜਾ ਬਾਗਾਂ ਦਾ ਸ਼ਹਿਰ ਵੀ ਸੀ, ਫਰੂਟਸ ਵੀ ਬਹੁਤ ਜ਼ਿਆਦਾ ਹੁੰਦੇ ਸੀ। ਅੱਜ ਤਾਂ ਜੰਗਲ ਆਫ ਕੰਕਰੀਟ ਬਣਾ ਦਿੱਤਾ ਜੀ ਜੀ। ਸੋ ਇਸ ਇਕੱਠ ਦੇ ਉੱਤੇ ਜਿਹੜਾ ਬ੍ਰਿਗੇਡੀਅਰ ਡਾਇਰ ਜਾਂ ਦਾ ਜਿਹੜਾ ਗੋਲੀ ਚਲਾਣਾ, ਔਰ ਜਦੋਂ ਅਸੀਂ ਉਸ ਨੂੰ ਦੇਖਦੇ ਹਾਂ ਉਸ ਸਾਰੇ ਵਾਕਿਆਂ ਨੂੰ, ਕਿ ਇਹ ਉਹ ਪੀਰੀਅਡ ਸੀ ਜਦੋਂ ਕਿ 1914 ਦੇ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ, 1918 ਦੇ ਵਿੱਚ ਖਤਮ ਹੋ ਗਈ, ਜਿਹੜੀ ਟ੍ਰੀਟੀ ਹੋਈ। ਹਾਲਾਂ ਉਹਨੂੰ ਜਦੋਂ ਅਸੀਂ ਡਿਸਕਸ ਕਰਦੇ ਹਾਂ ਤਾਂ 1914 ਤੋਂ 1919 ਤੱਕ। ਔਰ ਉਸ ਵੇਲੇ ਜਿਹੜੇ ਹਿੰਦ ਵਾਸੀ ਸੀ ਉਹਨਾਂ ਨੂੰ, ਜਿਹਦੇ 'ਚ ਹਿੰਦੂ, ਮੁਸਲਮਾਨ, ਸਿੱਖ, ਉਦੋਂ ਅਜੇ ਉਸ ਕਿਸਮ ਦੀ ਮੁਸਲਿਮ ਲੀਗ ਦੀ ਹੋਂਦ ਨਹੀਂ ਸੀ, ਪਾਕਿਸਤਾਨ ਦਾ ਕਨਸੈਪਟ ਬਹੁਤ ਬਾਅਦ 'ਚ ਆਇਆ। ਔਰ ਸਿੱਖਾਂ ਨੂੰ ਵੀ ਇਹ ਲੱਗਦਾ ਸੀ ਕਿ ਵੀ ਇਹ ਸਾਡਾ ਵਤਨ ਹੈ, ਸਾਡਾ ਦੇਸ਼ ਹੈ। ਅਜੇ ਗਾਂਧੀ ਨਵਾਂ ਕਾਂਗਰਸ ਦੇ ਵਿੱਚ ਆ ਕੇ ਉਤਰਿਆ ਸੀ, ਬਹੁਤ ਹੱਦ ਤੱਕ ਅਜੇ ਤਾਂ ਕਾਂਗਰਸ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਮਤਾ ਵੀ ਨਹੀਂ ਸੀ ਕੀਤਾ ਹੋਇਆ, ਜਿਹੜਾ 1929 ਦੇ ਵਿੱਚ ਕੀਤਾ। ਥੋੜੇ ਬਹੁਤ ਰਾਈਟਸ ਦੀ ਗੱਲ ਸੀ ਕਿ ਸਾਡੀ ਦੇਸੀ ਲੋਕਾਂ ਦੀ ਪਾਰਟਿਸਿਪੇਸ਼ਨ ਹੋਏ ਬ੍ਰਿਟਿਸ਼ ਸਾਮਰਾਜ ਦੀ ਜਿਹੜੀ ਵੀ ਫੈਸਲਾ ਲੈਣ ਵਾਲੀ ਤਾਕਤ ਹੈ। ਔਰ ਬਹੁਤਿਆਂ ਨੂੰ ਲੱਗਦਾ ਸੀ, ਔਰ ਜਿਹੜਾ ਪਹਿਲੀ ਸੰਸਾਰ ਜੰਗ ਹੋਈ ਉਹਦੇ ਵਿੱਚ ਸਿੱਖਾਂ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਬ੍ਰਿਟਿਸ਼ ਆਰਮੀ ਦੇ ਵਿੱਚ ਦਿੱਤੀ। ਔਰ ਇੱਕ ਅੰਦਾਜ਼ੇ ਮੁਤਾਬਕ 60,000 ਤੋਂ ਜ਼ਿਆਦਾ ਸਿੱਖ ਫੌਜੀ ਜਿਹੜੇ ਨੇ ਉਸ ਵਰਲਡ ਵਾਰ ਦੇ ਵਿੱਚ ਮਾਰੇ ਗਏ। ਔਰ ਇਹ ਉਹਨਾਂ ਦੇ ਨੰਬਰਸ ਨਾਲੋਂ ਬਹੁਤ ਜ਼ਿਆਦਾ ਸੀ। ਔਰ ਫਸਟ ਵਰਲਡ ਵਾਰ ਹੀ ਹੈ ਜਿਹਦੇ ਵਿੱਚ ਗੈਲੀਪੋਲੀ ਵਰਗੀ ਬੜੀ ਖਤਰਨਾਕ ਲੜਾਈ ਔਰ ਇਹ ਸਾਰੀਆਂ। ਸੋ ਇਸ ਦੇ ਵਿੱਚ ਇਸ ਤੋਂ ਇਲਾਵਾ ਕਾਂਗਰਸ ਦੇ ਨੇਤਾਵਾਂ ਨੂੰ ਵੀ ਜਿਹਦੇ 'ਚ ਉਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਹਨਾਂ ਵੀ ਕਾਂਗਰਸ ਦਾ ਹਿੱਸਾ ਹੀ ਸਨ, ਇਹਨਾਂ ਨੂੰ ਸਭ ਨੂੰ ਇਹ ਆਸ ਸੀ ਕਿ ਵੀ ਜਿਹੜਾ ਸੰਸਾਰ ਜੰਗ ਖਤਮ ਹੋਣ ਤੋਂ ਬਾਅਦ
ਹੋਰ ਹੱਕ ਦਿੱਤੇ ਜਾਣਗੇ। ਜੀ ਲੇਕਿਨ ਇਸ ਦੇ ਉਲਟ ਉਹਨਾਂ ਨੇ ਅੰਗਰੇਜ਼ਾਂ ਨੇ ਇੱਕ ਐਕਟ ਲਿਆਂਦਾ ਜਿਹਨੂੰ ਰੌਲਟ ਐਕਟ ਕਹਿੰਦੇ ਸੀ। ਔਰ ਰੌਲਟ ਐਕਟ ਦੇ ਥੱਲੇ ਤਾਂ ਉਹਨਾਂ ਨੇ ਈਵਨ 4 ਬੰਦਿਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ। ਉਹ ਕਾਲਾ ਕਾਨੂੰਨ ਸੀ, ਉਸ ਦੇ ਖਿਲਾਫ ਪ੍ਰੋਟੈਸਟ ਹੋਏ। ਔਰ ਜ਼ਾਹਰ ਹੈ ਕਿ ਭਾਰਤ ਦੇ ਸਾਰੇ ਇਲਾਕਿਆਂ 'ਚੋਂ ਪੰਜਾਬ ਐਸਾ ਸੀ ਜਿੱਥੇ ਕਿ ਇਹ ਆਵਾਜ਼ ਬੁਲੰਦ ਹੁੰਦੀ ਸੀ। ਔਰ ਪੰਜਾਬ ਦੇ ਵਿੱਚ ਅਜੇ ਤਾਜ਼ਾ ਗਦਰ ਲਹਿਰ ਬੇਸ਼ੱਕ ਉਹ ਕਾਮਯਾਬ ਨਹੀਂ ਸੀ ਹੋਈ, ਲੇਕਿਨ ਪੰਜਾਬ 'ਚ ਆਜ਼ਾਦੀ ਦੀ ਇੰਪਲਸ ਪਹੁੰਚ ਚੁੱਕੀ ਸੀ। ਅਜੇ ਗੁਰਦੁਆਰੇ ਜਿਹੜੇ ਨੇ ਉਹ ਮਹੰਤਾਂ ਦੇ ਕਬਜ਼ੇ ਵਿੱਚ ਹੀ ਸਨ। ਜੀ ਔਰ ਇਹ ਨਹੀਂ ਹੈ ਕਿ ਕੋਈ ਰਿਲੀਜੀਅਸ ਕੋਈ ਰਿਫਾਰਮ ਮੂਵਮੈਂਟ ਉਸ ਤੋਂ ਬਾਅਦ ਆਈ ਹੈ, ਲੇਕਿਨ ਆਜ਼ਾਦੀ ਦੀ ਗੱਲ ਔਰ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਗੱਲ ਔਰ ਕਿਸੇ ਹੱਦ ਤੱਕ ਸਿੱਖਾਂ ਦੇ ਅੰਦਰ ਆਪਣੇ ਵੱਖਰੇਪਨ ਦੇ ਅਹਿਸਾਸ ਦੀ ਗੱਲ ਜਿਹੜੀ ਕਿ ਆਨੰਦ ਮੈਰਿਜ ਐਕਟ 1909 ਦੇ ਨਾਲ ਸਾਹਮਣੇ ਆ ਚੁੱਕੀ ਸੀ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਰਵਟ ਲੈ ਰਹੀਆਂ ਸੀ। ਔਰ ਅੰਗਰੇਜ਼ ਇਹ ਸਮਝਦੇ ਸੀ ਕਿ ਵੀ ਅਜੇ ਗੁਰਦੁਆਰੇ ਉਹਨਾਂ ਨੇ ਆਪਣੇ ਪੱਕੇ ਕੰਟਰੋਲ ਥੱਲੇ ਰੱਖੇ ਹੋਏ ਸੀ। ਅਰੂੜ ਸਿੰਘ ਆਪਣਾ ਸਰਬਰਾਹ ਬਣਾਇਆ ਸੀ, ਹਿੰਦੂ ਮਹੰਤ ਬਿਠਾਏ ਹੋਏ ਸੀ, ਹਿੰਦੂ ਰਸਮਾਂ ਸੀ ਗੁਰਦੁਆਰੇ। ਪਰ ਅੰਗਰੇਜ਼ ਇਹ ਸਮਝਦੇ ਸੀ ਕਿ ਜਦੋਂ ਵੀ ਭਾਰਤ ਨੂੰ ਛੱਡਣਾ ਪਿਆ ਇਹ ਸਿੱਖਾਂ ਦੀ ਬਦੌਲਤ ਔਰ ਪੰਜਾਬ ਦੀ ਬਦੌਲਤ ਹੋਏਗਾ, ਕਿਉਂਕਿ ਇਹਨਾਂ ਦੇ ਵਿੱਚੋਂ ਰੈਵੋਲੂਸ਼ਨ ਦਾ ਕਾਰਨ ਹੈ ਔਰ ਇਹਨਾਂ ਨੂੰ ਦਬਾ ਕੇ ਰੱਖਿਆ ਜਾਏ। ਸੋ ਜਦੋਂ ਰੌਲਟ ਐਕਟ ਦੇ ਵਿਰੁੱਧ ਜਿਹੜਾ ਥਾਂ ਦੇ ਉੱਤੇ ਜਿਹੜਾ ਇਸ ਦੇ ਪ੍ਰੋਟੈਸਟ ਹੋਏ, ਇਸ ਨੂੰ ਕੰਡੈਮ ਕੀਤਾ ਗਿਆ, ਤੇ ਇਸ ਵਿਸਾਖੀ ਵਾਲੇ ਦਿਨ ਕਿਉਂਕਿ ਕਾਂਗਰਸ ਪਾਰਟੀ ਅੰਮ੍ਰਿਤਸਰ ਦੇ ਵਿੱਚ 2-3 ਲੀਡਰ ਜਿਨ੍ਹਾਂ ਦੇ ਵਿੱਚ ਇੱਕ ਬਹੁਤ ਵੱਡੇ ਲੀਡਰ ਜਿਹੜੇ 47 ਤੋਂ ਬਾਅਦ ਵੀ ਰਹੇ, ਡਾਕਟਰ ਸੈਫੂਦੀਨ ਕਿਚਲੂ ਔਰ ਸ਼ਾਇਦ ਇੱਕ ਸਤਿਆ ਜੈਨ ਔਰ ਇੱਕ ਹੋਰ ਸੱਜਣ, ਇਹ ਬੜੇ ਪਪੂਲਰ ਲੀਡਰ ਸੀ, ਸਾਰਿਆਂ ਦੇ ਸਾਂਝੇ। ਉਸ ਵੇਲੇ ਅਜੇ ਸਿੱਖਾਂ ਹਿੰਦੂਆਂ ਮੁਸਲਮਾਨਾਂ ਦੇ ਵਿੱਚ ਕੋਈ ਫਿਰਕੂ ਨਫ਼ਰਤ ਨਹੀਂ ਸੀ। ਸੋ ਇਸ ਇਕੱਠ ਦਾ ਫਾਇਦਾ ਉਠਾਉਂਦੇ ਆ ਕਿਉਂਕਿ ਵਿਸਾਖੀ ਸਿੱਖਾਂ ਲਈ ਇੰਪੋਰਟੈਂਟ ਸੀ। ਵੈਸੇ ਜਿਵੇਂ ਮੈਂ ਕਿਹਾ ਖਾਲਸਾ ਸਾਜਨਾ ਕਰਕੇ ਵੀ ਔਰ ਸਰਬੱਤ ਖਾਲਸਾ ਅੰਮ੍ਰਿਤਸਰ 'ਚ ਹੋਣ ਕਰਕੇ। ਸੋ ਉਹਨਾਂ ਨੇ ਵੀ ਜਿਨ੍ਹਾਂ ਨੇ ਇਹ ਜਲਿਆਂਵਾਲੇ ਬਾਗ 'ਚ ਇਕੱਠ ਰੱਖਿਆ ਦਰਬਾਰ ਸਾਹਿਬ ਦੇ ਨੇੜੇ, ਉਹਨਾਂ ਨੇ ਵੀ ਦੇਖਿਆ ਕਿ ਜਿਹੜੇ ਸਿੱਖ ਉੱਧਰ ਆਉਣਗੇ, ਦਰਸ਼ਨ ਕਰਨਗੇ, ਫਿਰ ਇਸ ਇਕੱਠ ਦੇ ਵਿੱਚ ਆਉਣਗੇ। ਹਾਲਾਂਕਿ ਇਹਦਾ ਕਦੇ ਬ੍ਰੇਕਅਪ ਨਹੀਂ ਹੋਇਆ ਵੀ ਉਸ ਇਕੱਠ 'ਚ ਔਰ ਉਸ ਫਾਇਰਿੰਗ ਦੇ ਵਿੱਚ ਕਿੰਨੇ ਲੋਕ ਮਾਰੇ ਗਏ, ਉਹਨਾਂ 'ਚ ਸਿੱਖ ਕਿੰਨੇ ਸੀ, ਮੁਸਲਮਾਨ ਕਿੰਨੇ ਸੀ, ਹਿੰਦੂ ਕਿੰਨੇ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਿੰਨੋਂ ਹੀ ਫਿਰਕਿਆਂ ਦੇ ਲੋਕਾਂ ਦਾ ਸਾਂਝਾ ਖੂਨ ਡੁੱਲਿਆ, ਭਾਵੇਂ ਜ਼ਿਆਦਾ ਗਿਣਤੀ ਉਸ ਦੇ ਵਿੱਚ ਸਿੱਖਾਂ ਦੀ ਸੀ। ਹੁਣ ਇਹ ਵਾਕਿਆ ਕੀ ਸੀ? ਕਿਉਂਕਿ ਮਾਈਕਲ ਓਡਵਾਇਰ ਗਵਰਨਰ ਨੇ ਫੈਸਲਾ ਕਰ ਲਿਆ ਸੀ ਕਿ ਵੀ ਸਬਕ ਸਿਖਾਓ, ਔਰ ਇਹ ਬ੍ਰਿਗੇਡੀਅਰ ਡਾਇਰ ਜਿਹੜਾ ਇਹ ਆਪਣੇ ਆਪ ਨੂੰ ਬੜਾ ਖਬੀ ਖਾਨ ਸਮਝਦਾ ਸੀ। ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਨੇ ਕੁਝ ਹਿੰਸਕ ਵਾਕਿਆ ਹੋ ਚੁੱਕੇ ਸੀ, ਪਰ ਇਹਨਾਂ ਨੇ ਮਿੱਥ ਲਿਆ ਕਿ ਅੰਮ੍ਰਿਤਸਰ ਜਿਹੜਾ ਹੈ ਇਹ ਫਰੀडम ਦਾ ਘਰ ਹੈ, ਇਹ ਸਿੱਖਾਂ ਦੇ ਅਕਾਲ ਤਖਤ ਦਾ ਔਰ ਸਿੱਖ ਕੌਮ ਦਾ ਬੇਸ ਹੈ। ਖਾਲਸਾ ਕਾਲਜ ਅੰਮ੍ਰਿਤਸਰ ਵੀ ਹੋਂਦ 'ਚ ਆ ਚੁੱਕਾ ਸੀ ਕਿ ਜੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਬਕ ਸਿਖਾਇਆ ਜਾਏ ਤੇ ਬਾਕੀ ਜਿਹੜੇ ਨੇ ਸਾਰੇ ਪੰਜਾਬ ਭਾਰਤ ਤੇ ਬਾਕੀ ਭਾਰਤ 'ਚ ਮੈਸੇਜ ਆਪਣੇ ਆਪ 'ਚ ਪਹੁੰਚ ਜਾਏਗਾ। ਜਿਵੇਂ ਜੂਨ 84 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦਾ ਮੌਕਾ ਇੰਦਰਾ ਗਾਂਧੀ ਨੇ ਚੁਣਿਆ ਕਿ ਜੇ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਹਮਲਾ ਕਰਕੇ ਔਰ ਤੁਸੀਂ ਸਿੱਖਾਂ ਨੂੰ ਇੱਕ ਵਾਰੀ ਸਬਕ ਸਿਖਾ ਦਿਓ ਤੇ ਫਿਰ ਦੇਸ਼ ਤੇ ਰਾਜ ਕਰਨਾ ਸੌਖਾ ਹੋਏਗਾ, ਕਿਉਂਕਿ ਹਮੇਸ਼ਾ ਹੀ ਅਕਾਲ ਤਖਤ ਤੋਂ ਮੋਰਚੇ ਲਾਉਂਦੇ ਨੇ ਔਰ ਡਿਫਾਈਂਸ ਦਿੰਦੇ ਨੇ। ਔਰ ਮੈਂ ਇਸ ਵਿਸ਼ੇ ਨੂੰ ਜਦੋਂ ਅੱਜ ਚੁਣਿਆ ਤੇ ਮੇਰੇ ਸਾਹਮਣੇ ਇਹਨਾਂ ਦੋਨਾਂ ਘਟਨਾਵਾਂ ਦਾ ਕੰਪੈਰੀਜ਼ਨ ਵੀ ਹੈ ਕਿਉਂਕਿ ਇੱਕ ਪਾਸੇ ਬ੍ਰਿਟਿਸ਼ ਰੂਲਰ ਨੇ ਏਲੀਅਨ ਗੈਰ 7 ਸਮੁੰਦਰ ਪਾਰ ਦੇ, ਔਰ ਦੂਜੇ ਪਾਸੇ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੇ ਆਪਣੇ ਜਿਨ੍ਹਾਂ ਨੂੰ ਰਾਜ ਸਿੰਘਾਸਨ ਤੱਕ ਬਿਠਾਉਣ ਦੇ ਲਈ 80% ਤੋਂ ਜ਼ਿਆਦਾ ਕੁਰਬਾਨੀਆਂ ਅੰਗਰੇਜ਼ਾਂ ਨੂੰ ਉੱਥੋਂ ਕੱਢਣ ਦੇ ਲਈ ਸਿੱਖਾਂ ਨੇ ਕੀਤੀਆਂ। ਔਰ ਇਹਨਾਂ ਦਾ ਜੇ ਅਸੀਂ ਬੇਸ਼ੱਕ ਜਿਹੜੀ ਕਿਲਿੰਗ ਹੁੰਦੀ ਹੈ ਇਨੋਸੈਂਟ ਕਿਲਿੰਗ, ਉਹ 1 ਮਰੇ ਜਾਂ 1 ਲੱਖ ਮਰੇ ਬਹੁਤਾ ਨਹੀਂ ਹੁੰਦਾ, ਲੇਕਿਨ ਫਿਰ ਵੀ ਜਿਹੜਾ ਮੈਗਨੀਚਿਊਡ ਹੁੰਦਾ ਹੈ ਕਿਸੇ ਸਿਚੁਏਸ਼ਨ ਦਾ ਕਿ ਉਹਦਾ ਨੰਬਰ ਕਿੰਨਾ ਹੈ, ਉਹਦੇ ਤੋਂ ਹੀ ਅੰਦਾਜ਼ਾ ਹੋਏਗਾ ਕਿ 98 ਸਾਲ ਪਹਿਲਾਂ ਜੋ ਜਲਿਆਂਵਾਲੇ ਬਾਗ 'ਚ ਵਾਪਰਿਆ ਔਰ ਜੋ ਜੂਨ ਦੇ ਪਹਿਲੇ ਹਫਤੇ 1984 'ਚ ਦਰਬਾਰ ਸਾਹਿਬ 'ਚ ਵਾਪਰਾਇਆ ਗਿਆ, ਉਹਨਾਂ ਦੇ ਵਿੱਚ ਈਵਨ ਕੈਜੂਅਲਟੀਜ਼ ਦੇ ਹਵਾਲੇ ਨਾਲ ਮੌਤਾਂ, ਪਲੈਨਿੰਗ, ਡਿਸਟਰਕਟਿਵ ਟੈਂਕ, ਤੋਪਾਂ, ਹਵਾਈ ਫਾਇਰ, ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਲੇਕਿਨ ਜਲਿਆਂਵਾਲੇ ਬਾਗ ਨੂੰ ਜਿਸ ਲੈਵਲ ਦੇ ਉੱਤੇ ਸਮਾਰਕ ਬਣਾ ਕੇ ਜਦੋਂ ਕੋਈ ਡਿਗਨਿਟਰੀ ਜਾਂਦਾ ਹੈ ਉੱਥੇ ਉਹਨੂੰ ਲਿਜਾਇਆ ਜਾਂਦਾ। ਜੇ ਬ੍ਰਿਟਿਸ਼ ਰਾਣੀ ਗਈ ਉਹਨੂੰ ਕਹਿੰਦੇ ਜੀ ਮਾਫੀ ਮੰਗੋ, ਔਰ ਅੱਜ ਤੱਕ ਵੀ ਇਹਦੇ ਬਾਵਜੂਦ ਕਿ ਬ੍ਰਿਟਿਸ਼ ਨੇ ਉਸ ਤੋਂ ਬਾਅਦ ਇੱਕ ਹੰਟਰ ਕਮਿਸ਼ਨ ਬਿਠਾਇਆ, ਇਨਕੁਆਰੀ ਹੋਈ, ਆਇਡੈਂਟੀਫਾਈ ਹੋਏ, ਕੰਪਨਸੇਸ਼ਨ ਦਿੱਤੇ, ਲੇਕਿਨ 98 ਸਾਲ ਬੀਤਣ ਬਾਅਦ ਵੀ ਬ੍ਰਿਟਿਸ਼ ਸਾਮਰਾਜ ਜਿਹੜਾ ਇਹ ਇਸ ਨੂੰ ਆਪਣੇ ਮੱਥੇ ਤੇ ਕਲੰਕ ਸਮਝਦਾ ਔਰ ਇਸ ਦੀ 4 ਚੁਫੇਰੇ ਕੰਡੈਮਨੇਸ਼ਨ ਹੋਈ। ਹਾਊਸ ਆਫ ਕਾਮਨਸ ਨੇ ਵੀ ਇੰਗਲੈਂਡ ਦੇ ਵਿੱਚ ਇਹਨੂੰ ਕੰਡੈਮ ਕੀਤਾ ਔਰ ਡਾਇਰ ਨੂੰ ਜਿਹੜਾ ਹੈ ਉਹ ਹੰਟਰ ਕਮੇਟੀ ਦੀ ਰਿਪੋਰਟ ਤੋਂ ਬਾਅਦ
ਪ੍ਰੀ ਰਿਟਾਇਰ ਕਰ ਦਿੱਤਾ ਗਿਆ 2 ਸਾਲ ਪਹਿਲਾਂ ਔਰ ਇੰਗਲੈਂਡ ਦੇ ਵਿੱਚੋਂ ਚਲਾ ਗਿਆ। 7 ਸਾਲ ਬਾਅਦ ਉਹਦੀ ਜਾ ਕੇ ਨੈਚੁਰਲ ਮੌਤ ਹੋਈ। ਔਰ ਇਹ ਵੀ ਜ਼ਰੂਰੀ ਹੈ ਸਮਝਣਾ, ਬਹੁਤ ਸਾਰਿਆਂ ਨੂੰ ਜਦੋਂ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ 21 ਸਾਲ ਬਾਅਦ ਲੰਡਨ 'ਚ ਜਾ ਕੇ ਜਿਸ ਨੂੰ ਮਾਰਿਆ, ਉਹ ਸਰ ਮਾਈਕਲ ਓਡਵਾਇਰ ਗਵਰਨਰ ਸੀ। ਬਹੁਤੇ ਸਮਝਦੇ ਨੇ ਕਿ ਡਾਇਰ ਜਿਹਨੇ ਗੋਲੀ ਚਲਾਈ ਉਹਨੂੰ ਮਾਰਿਆ। ਉਹ ਡਾਇਰ ਦੀ ਮੌਤ ਕੁਦਰਤੀ ਹੋਈ 7 ਸਾਲ ਬਾਅਦ। ਔਰ ਮਾਈਕਲ ਓਡਵਾਇਰ ਜਿਹਦੇ ਹੁਕਮ ਦੇ ਥੱਲੇ ਔਰ ਜਿਹਨੇ ਇਸ ਗੱਲ ਦੇ ਉੱਤੇ ਉਹ ਹਮੇਸ਼ਾ ਫਖਰ ਕਰਦਾ ਸੀ, ਔਰ ਜਦੋਂ ਹੰਟਰ ਕਮਿਸ਼ਨ ਬਣਿਆ ਇਸ ਦੇ ਉੱਤੇ ਇਨਕੁਆਇਰੀ ਦੇ ਲਈ, ਉਹਦੇ 'ਚ ਵੀ ਉਹਨੇ ਮਾਈਕਲ ਓਡਵਾਇਰ ਨੇ ਜਿਹੜਾ ਗਵਰਨਰ ਸੀ ਉਹਨੇ ਜਸਟੀਫਾਈ ਕੀਤਾ ਹੈ ਬ੍ਰਿਗੇਡੀਅਰ ਡਾਇਰ ਦੇ ਐਕਸ਼ਨ ਨੂੰ ਕਿ ਉਹਨੇ ਠੀਕ ਕੀਤਾ ਹੈ। ਔਰ ਇਹ ਵੀ ਇੱਕ ਕ੍ਰੈਡਿਟ ਜਿਹੜਾ ਹੈ ਫਿਰ ਸਿੱਖ ਕੌਮ ਦੇ ਹਿੱਸੇ ਆਇਆ ਕਿ ਇੱਕ ਯਤੀਮ ਬੱਚਾ ਜਿਹਦੇ ਮਾਪਿਓ ਬਚਪਨ 'ਚ ਮਰ ਜਾਂਦੇ ਨੇ, ਊਧਮ ਸਿੰਘ ਜਿਹੜਾ ਸੈਂਟਰਲ ਖਾਲਸਾ ਯਤੀਮਖਾਨਾ ਪੁਤਲੀ ਘਰ ਅੰਮ੍ਰਿਤਸਰ ਦੇ ਵਿੱਚ ਸੀ, ਉਹ ਉੱਥੇ ਪਾਣੀ ਦੀ ਸੇਵਾ ਕਰ ਰਿਹਾ ਸੀ ਲੋਕਾਂ ਨੂੰ, ਕਹਿੰਦੇ ਅੰਮ੍ਰਿਤਧਾਰੀ ਨੌਜਵਾਨ। ਔਰ ਕਿਵੇਂ ਉਹਨੇ ਫਿਰ ਉਸ ਧਰਤੀ ਦੇ ਉੱਤੇ ਜੋ ਕੁਝ ਦੇਖਿਆ, ਅਕਾਲ ਤਖਤ ਤੇ ਜਾ ਕੇ ਉਹਨੇ ਅਰਦਾਸਾ ਸੋਧ ਕੇ ਕਿ ਮੈਂ ਇਹਦਾ ਬਦਲਾ ਲੈਣਾ। ਉਹ ਜਦੋਂ ਤੱਕ ਲੰਡਨ ਪਹੁੰਚਿਆ ਡਾਇਰ ਤਾਂ ਮਰ ਚੁੱਕਾ ਸੀ, ਪਰ ਮਾਈਕਲ ਓਡਵਾਇਰ ਜਿਹੜਾ ਉਹ ਬੜੇ ਫਖਰ ਦੇ ਨਾਲ ਜਿਹੜਾ ਉਹ ਇੰਗਲੈਂਡ ਦੇ ਵਿੱਚ ਵਿਚਰਦਾ ਸੀ ਔਰ ਜਲਿਆਂਵਾਲੇ ਬਾਗ ਦਾ ਕ੍ਰੈਡਿਟ ਲੈਂਦਾ ਸੀ। ਔਰ 23 ਜੁਲਾਈ ਜਿਹੜਾ ਉਸ ਨੂੰ ਉਹਨਾਂ ਨੇ 21 ਸਾਲ ਬਾਅਦ 13 ਮਾਰਚ 1940 ਨੂੰ ਜਦੋਂ ਕਿ ਉਹ ਇੰਗਲੈਂਡ ਦਾ ਕੈਕਸਟਨ ਹਾਲ ਉਹਦੇ 'ਚ ਮਾਈਕਲ ਓਡਵਾਇਰ ਫਖਰ ਕਰ ਰਿਹਾ ਸੀ ਕਿ ਜੀ ਮੈਂ ਜੋ ਇਹ ਕੀਤਾ। ਤੇ ਉਦੋਂ 21 ਸਾਲ ਇੰਤਜ਼ਾਰ 'ਚ ਉਹਦਾ ਪਿੱਛਾ ਕਰਦੇ ਆ ਉਸ ਯਤੀਮ ਨੌਜਵਾਨ ਨੇ ਜਿਹੜਾ ਉਸ ਅੰਮ੍ਰਿਤਸਰ ਪੜ੍ਹਨ ਕਰਕੇ ਚੱਲਿਆ ਸੀ, ਉਹਨੇ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰਿਆ। ਔਰ ਇਹ ਜਿਹੜਾ ਬਦਲਾ ਲੈਣ ਦੀ ਗੱਲ, ਔਰ ਮੈਂ ਸਮਝਦਾ ਵੀ ਇਹ ਵੀ, ਔਰ ਜੇ ਅਸੀਂ ਜੂਨ 84 ਦੀ ਗੱਲ ਕਰਾਂਗੇ ਤਾਂ ਫਿਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਇਸੇ ਤਰ੍ਹਾਂ ਜਨਰਲ ਵੈਦਿਆ ਜਿਹਨੇ ਕਿ ਜੂਨ 84 ਦੇ ਹਮਲੇ ਨੂੰ ਆਰਡਰ ਕੀਤਾ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ। ਸੋ ਇਹ ਖਾਲਸਾਈ ਇਤਿਹਾਸ ਦੇ ਉਹ ਚਮਕਦੇ ਸਿਤਾਰੇ ਨੇ, ਉਹ ਕੰਟੀਨਿਊਟੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਹੈ। ਲੇਕਿਨ ਮੈਂ ਕੁਇਕਲੀ ਕਿ ਇਨਫੈਕਟ ਅੱਜ ਵੀ ਜਦੋਂ ਜਲਿਆਂਵਾਲੇ ਬਾਗ ਨੂੰ ਇੰਨੇ ਢੰਗ ਨਾਲ ਪ੍ਰਚਾਰਿਆ ਜਾਂਦਾ ਹੈ, ਜਾਂ ਇੰਡੀਅਨਸ ਨੇ, ਟੈਗੋਰ ਨੇ ਆਪਣਾ ਟਾਈਟਲ ਵਾਪਸ ਕਰਤਾ, ਦੂਸਰਾ ਹੋਇਆ ਗਾਂਧੀ ਭੱਜਿਆ ਆਇਆ ਕੁਝ ਦੇਰ ਬਾਅਦ, ਲੇਕਿਨ ਇਹੀ ਗਾਂਧੀ ਜਦੋਂ ਜਿਸ ਦਿਨ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਸਜ਼ਾ ਯਾਫਤਾ ਕੀਤਾ, ਇਹਨੇ ਕਿਹਾ ਇਟਸ ਐਨ ਐਕਟ ਆਫ ਏ ਮੈਡ ਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ। ਔਰ ਮੈਗਨੀਚਿਊਡ ਦੇ ਲਿਹਾਜ਼ ਨਾਲ ਜੂਨ 84 ਦਾ ਘੱਲੂਘਾਰਾ ਔਰ ਇਹ ਜਲਿਆਂਵਾਲਾ ਬਾਗ ਦੇ ਸਾਹਮਣੇ ਕੁਝ ਵੀ ਨਹੀਂ ਹੈ। ਔਰ ਇਹਦੇ ਤੇ ਰਿਹਾਨ ਫਜ਼ਲ ਇੱਕ ਬਹੁਤ ਅੱਛੇ ਪੱਤਰਕਾਰ ਨੇ BBC ਦੇ, ਮੈਂ ਬਹੁਤ ਐਡਮਾਇਰ ਕਰਦਾ, ਉਹਨਾਂ ਨੇ ਇਹਦੇ ਤੇ ਸਟੋਰੀ ਵੀ ਕੀਤੀ ਹੈ ਸਪੈਸ਼ਲ। ਔਰ ਉਹਦੇ 'ਚ ਉਹਨਾਂ ਨੇ ਕਿਉਂਕਿ ਇਹ 13 ਅਪ੍ਰੈਲ ਸ਼ਾਮ ਨੂੰ 5:30 ਵਜੇ ਦੇ ਕਰੀਬ ਜਦੋਂ ਡਾਇਰ ਆਪਣੇ ਉਹਦੇ ਨਾਲ 2 ਹੋਰ ਆਫੀਸਰ ਸੀ ਔਰ ਉਹਦੇ ਨਾਲ ਸਿਰਫ ਜਿਹੜਾ 25 ਬਲੋਚ, 25 ਗੋਰਖੇ ਜਿਨ੍ਹਾਂ ਦੇ ਕੋਲ ਗਨ ਸੀ, ਰਾਈਫਲ ਸੀ, ਔਰ 20 ਜਿਹੜੇ ਨੇ ਗੋਰਖੇ ਉਹ ਖੁਖਰੀਆਂ ਵਾਲੇ ਬਾਹਰ ਖੜੇ ਸੀ। ਸੋ ਸਾਰੇ ਆਪਰੇਸ਼ਨ ਦੇ ਵਿੱਚ 50 ਸੋਲਜਰਸ ਨੇ ਜਿਨ੍ਹਾਂ 'ਚ 25 ਬਲੋਚ ਸਨ, 25 ਗੋਰਖੇ ਸਨ, ਉਹਨਾਂ ਨੇ ਪਾਰਟਿਸਿਪੇਟ ਕੀਤਾ। 5:30 ਵਜੇ ਉਹ ਉਸ ਤੰਗ ਭੀੜੀ ਗਲੀ ਦੇ ਅੰਦਰ ਗਿਆ ਔਰ ਉਹਦੀ ਜਿਹੜੀ ਗੱਡੀ ਸੀ ਉਹ ਅੰਦਰ ਜਾ ਨਹੀਂ ਸੀ ਸਕਦੀ, ਔਰ ਉਹ ਜਿਹੜੇ ਉਹਦੇ 100 ਸੋਲਜਰ ਨੇ 50-50 ਉਹ ਪੈਦਲ ਅੰਦਰ ਵੜੇ। ਅੰਦਰ ਇੱਕ ਅੰਦਾਜ਼ੇ ਮੁਤਾਬਕ 5000 ਦਾ ਇਕੱਠ ਸੀ ਔਰ ਪਹੁੰਚਦਿਆਂ ਹੀ ਜਿਹੜਾ ਉਹਨੇ ਬ੍ਰਿਗੇਡੀਅਰ ਡਾਇਰ ਨੇ ਫਾਇਰਿੰਗ ਦਾ ਆਰਡਰ ਦਿੱਤਾ ਔਰ ਜਿੰਨੀ ਵੀ ਰਿਪੋਰਟਸ ਹੰਟਰ ਕਮੇਟੀ ਰਿਪੋਰਟ ਹੋਏ ਜਾਂ ਕਾਂਗਰਸ ਦੀ ਆਪਣੀ ਰਿਪੋਰਟ ਹੋਏ ਉਸ ਦੇ ਮੁਤਾਬਕ 10 ਮਿੰਟ ਗੋਲੀ ਅੰਦਰ ਚੱਲੀ ਔਰ ਉਸ 10 ਮਿੰਟ ਦੇ ਵਿੱਚ 379 ਲਾਸ਼ਾਂ ਜਿਹੜੀਆਂ ਨੇ ਉਹ ਜਲਿਆਂਵਾਲੇ ਬਾਗ ਦੇ ਵਿੱਚ ਵਿਛੀਆਂ। ਸੋ ਜਿਹੜੀਆਂ ਡੈਥਸ ਨੇ ਉਹ 379, ਕੁਝ ਜਿਹੜੇ ਲਿਬਰਲ ਅਕਾਊਂਟ ਨੇ ਉਹਨਾਂ ਨੇ 500 ਤੱਕ ਵੀ ਕਿਹਾ, 600 ਵੀ ਕਿਹਾ, ਲੇਕਿਨ ਕਿਸੇ ਵੀ ਅਕਾਊਂਟ ਨਾਲ ਉਹ 600 ਜਾਂ 700 ਵੱਧ ਤੋਂ ਵੱਧ ਇੱਕ ਅੱਧੇ ਸੋਰਸ ਨੇ, ਉਸ ਤੋਂ ਜ਼ਿਆਦਾ ਨਹੀਂ ਨੇ। ਔਰ ਜਿਹੜੇ ਖਾਲੀ ਖੋਲੇ ਜਦੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਗੋਲੀ ਚੱਲਦੀ ਹੈ ਉਹਦਾ ਐਮਪਟੀ ਜਿਹੜਾ ਸ਼ੈਲ ਹੁੰਦਾ 1650 ਜਿਹੜੇ ਸੀ ਉਹ ਕੁੱਲ ਖੋਲ ਇਸਤੇਮਾਲ ਹੋਏ। ਦਾ ਮਤਲਬ ਹੈ ਕਿ ਇਹਦੇ 'ਚੋਂ ਜ਼ਖਮੀ ਵੀ ਸਨ, ਜਿੰਨੇ ਮਰੇ ਜੇ 339 ਮਰੇ ਤੇ 3 ਗੁਣਾ, ਕਿਉਂਕਿ ਇਸ ਕਿਸਮ ਦੀ ਕਲੋਜ਼ ਰੇਂਜ ਫਾਇਰਿੰਗ 'ਚ ਇੱਕ ਡੈਡ ਨਾਲ 3 ਜ਼ਖਮੀ ਹੁੰਦੇ ਨੇ। ਔਰ ਇਹ ਜਿਹੜਾ ਉਹਨਾਂ ਦਾ ਸਾਰਾ ਆਪਰੇਸ਼ਨ 10 ਮਿੰਟ ਦੇ ਵਿੱਚ ਖਤਮ ਹੋਇਆ। ਔਰ ਜਿਵੇਂ ਮੈਂ ਕਿਹਾ ਵੀ ਹੰਟਰ ਕਮਿਸ਼ਨ ਰਿਪੋਰਟ ਬਣੀ, ਉਹਨੂੰ ਜਿਹੜਾ ਡਿਮੋਟ 2 ਸਾਲ ਪਹਿਲਾਂ ਪ੍ਰੀ ਰਿਟਾਇਰ ਕੀਤਾ ਗਿਆ। ਔਰ ਇਹ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਅੱਜ ਵੀ ਡਿਸਕਸ ਹੁੰਦਾ। ਹੁਣ ਤੁਸੀਂ
ਇਸ ਦਾ ਮੁਕਾਬਲਾ ਔਰ ਇਹ ਕੰਡੈਮਨੇਬਲ ਹੈ। ਔਰ ਮੈਂ ਸਮਝਦਾ ਹਾਂ ਵੀ ਜੇ ਇੱਕ ਸਿੱਖ ਬੱਚਾ, ਯਤੀਮ ਬੱਚਾ ਊਧਮ ਸਿੰਘ ਜਾ ਕੇ 21 ਸਾਲ ਬਾਅਦ ਬਦਲਾ ਲੈਂਦਾ ਹੈ ਤੇ ਸਾਨੂੰ ਇਹਦੇ ਚ ਨਹੀਂ ਹੈ ਵੀ ਅਸੀਂ ਜਲਿਆਂਵਾਲੇ ਬਾਗ ਨੂੰ ਡਿਸਓਨ ਕਰਦੇ ਹਾਂ। ਵਿਸਾਖੀ ਵਾਲੇ ਦਿਨ ਇਹ ਵਾਪਰਦਾ ਹੈ। ਔਰ ਇਸ ਕਿਸਮ ਦਾ ਇਹੀ ਵਾਕਿਆ ਇਹ ਏਲੀਅਨ ਰੂਲਰਸ ਨੇ ਵਰਤਾਇਆ, ਅੱਜ ਤੱਕ ਵੀ ਸ਼ਰਮਿੰਦਾ ਨੇ। ਔਰ ਇੰਡੀਅਨ ਗਵਰਨਮੈਂਟ ਅੱਜ ਵੀ ਇਹ ਮੰਗ ਕਰਦੀ ਰਹਿੰਦੀ ਹੈ ਕਿ ਜੀ ਇਹਨਾਂ ਤੋਂ ਇਹ ਮਾਫੀ ਮੰਗੋ ਜੀ। ਹੁਣ ਦੋ ਜਿਹੜੀਆਂ ਵਿਸਾਖੀਆਂ ਦੇ ਨਾਲ, ਇੱਕ ਤਾਂ ਦੀ ਇਸ ਦਾ ਅਸੀਂ ਜ਼ਿਕਰ ਕੀਤਾ, ਦੂਸਰਾ 13 ਅਪ੍ਰੈਲ 1978 ਦਾ ਨਰਕਧਾਰੀਆਂ ਵੱਲੋਂ ਵਰਤਾਇਆ ਗਿਆ ਉਹ ਖੂਨੀ ਕਾਂਡ, ਜਿਹਦੇ 'ਚ ਇਹੀ ਦੇਸੀ ਰੂਲਰਸ ਦੀ ਪੁਸ਼ਤਪਨਾਹ ਦੇ ਥੱਲੇ ਹਥਿਆਰਾਂ ਨਾਲ ਲੈਸ ਨਰਕਧਾਰੀਆਂ ਨੇ ਕਿਵੇਂ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀਆਂ ਨੂੰ ਸ਼ਹੀਦ ਕੀਤਾ ਔਰ ਲਗਭਗ 80 ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਹੋਏ। ਇਹ ਸਾਡੇ ਕਰੰਟ ਪੀਰੀਅਡ 'ਚ ਔਰ ਇਹਨਾਂ ਦੇ ਨੇਟਿਵ ਰੂਲਰਸ ਦੇ ਵਿੱਚ ਪਹਿਲੀ ਖੂਨੀ ਵਿਸਾਖੀ ਪੋਸਟ 47 ਆਈ। ਔਰ ਜਦੋਂ ਅਸੀਂ ਹੁਣ ਇਹ ਕੰਪੈਰੀਜ਼ਨ ਦੀ ਗੱਲ ਕਰਦੇ, ਜਲਿਆਂਵਾਲੇ ਬਾਗ ਦੇ ਸਾਰੇ ਵਾਕਿਆ 'ਚ ਜਿਵੇਂ ਮੈਂ ਕਿਹਾ ਕਿ ਵੀ ਇਹ 10 ਮਿੰਟ ਦਾ ਵਾਕਿਆ, 100 ਸੋਲਜਰਸ ਦੀ ਇਸਤੇਮਾਲ ਹੋਣਾ, 1650 ਗੋਲੀਆਂ ਦਾ ਚੱਲਣਾ ਔਰ 10 ਮਿੰਟ ਦੇ ਵਿੱਚ ਸਾਰਾ ਓਵਰ। ਹੁਣ ਇਹਦਾ ਤੁਸੀਂ ਕੰਪੈਰੀਜ਼ਨ ਕਰੋ ਜੂਨ 84 ਦੇ ਨਾਲ ਜੀ। ਸਾਰਾ ਪੰਜਾਬ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ। ਕਿਸ ਅੰਦਾਜ਼ ਦੇ ਵਿੱਚ ਤਿੰਨੋਂ ਹੀ ਭਾਰਤੀ ਫੌਜ ਦੇ ਜਿਹੜੇ ਅੰਗ ਨੇ, ਨੇਵਲ ਡਾਈਵਰਸ ਇਸਤੇਮਾਲ ਹੁੰਦੇ ਨੇ, 에ਅਰ ਫੋਰਸ ਇਸਤੇਮਾਲ ਹੁੰਦੀ ਹੈ, ਪੋਇਜ਼ਨਸ ਗੈਸ ਇਸਤੇਮਾਲ ਹੁੰਦੀ ਹੈ। ਜੇ ਡਾਇਰ ਨੇ ਵਿਸਾਖੀ ਵਾਲੇ ਦਿਨ ਦੇ ਇਕੱਠ ਨੂੰ ਚੁਣਿਆ ਕਿਉਂਕਿ ਇਕੱਠ ਰੱਖਿਆ, ਉਹ ਪੋਲੀਟੀਕਲ ਜਲਸਾ ਸੀ, ਕੋਈ ਧਾਰਮਿਕ ਤਾਂ ਨਹੀਂ ਸੀ, ਤੇ ਇਹਨਾਂ ਨੇ ਧਾਰਮਿਕ ਦਿਨ ਚੁਣਿਆ 3 ਜੂਨ ਦਾ 1984 ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਔਰ ਟੈਂਕਾਂ ਤੋਪਾਂ ਦੇ ਨਾਲ ਫੁੱਲ ਫਲੈਜਡ ਫੌਜ, 2 ਲੱਖ ਦੇ ਕਰੀਬ ਫੌਜ ਇਸ ਆਪਰੇਸ਼ਨ ਦੇ ਉੱਤੇ ਲਾਈ ਗਈ। ਪੰਜਾਬ ਦੇ ਬਾਰਡਰ ਨੂੰ ਸੀਲ ਕੀਤਾ ਗਿਆ ਔਰ ਕਿੰਨੀਆਂ ਕੈਜੂਅਲਟੀਜ਼ ਹੋਈਆਂ। ਇੱਥੇ ਤਾਂ ਗੱਲ 300 ਸਮਥਿੰਗ ਹੈ, ਹਜ਼ਾਰਾਂ ਦੀ ਗਿਣਤੀ 'ਚ। ਇੱਕ ਅੰਦਾਜ਼ੇ ਮੁਤਾਬਕ 8 ਤੋਂ 10 ਹਜ਼ਾਰ ਸਿੱਖ, ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚੇ, ਇਹਨਾਂ ਦੇ ਵਿੱਚ ਜਲਿਆਂਵਾਲੇ ਬਾਗ ਕੋਈ ਔਰਤ ਨਹੀਂ ਸੀ ਮਾਰੀ ਗਈ ਜੀ। ਔਰ ਇੱਕ ਫਾਇਰਿੰਗ ਸੀ ਖੁੱਲੀ, ਜਿਹਦੇ ਵਿੱਚ ਬੱਚੇ ਵੀ ਮਰੇ, ਜਿਵੇਂ ਮੈਂ ਕਿਹਾ ਕਿ 41 ਬੱਚਿਆਂ ਦੀ ਮੌਤ ਹੋਈ ਔਰ ਇਹ ਅਫਸੋਸਨਾਕ ਹੈ। ਲੇਕਿਨ ਇੱਥੇ ਕਿਵੇਂ ਫੜ ਕੇ ਜਿਉਂਦਿਆਂ ਦੀਆਂ ਪੱਗਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਪੁਆਇੰਟ ਬਲੈਂਕ ਰੇਂਜ ਤੇ ਮਾਰੇ ਗਏ, ਕਿਵੇਂ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਪੁਆਇੰਟ ਬਲੈਂਕ ਰੇਂਜ ਕਿੰਨੇ ਮਰੇ, ਕਿਵੇਂ ਡੰਪ ਟਰੱਕਸ ਦੇ ਵਿੱਚ ਢੋ ਕੇ ਉਹਨਾਂ ਨੂੰ ਜੀ। ਔਰ ਉੱਥੇ ਤਾਂ ਅਗਲੇ ਦਿਨ ਜਿਹੜੇ ਜ਼ਖਮੀ ਸਨ ਉਹਨਾਂ ਦੀ ਹਸਪਤਾਲਾਂ ਤੱਕ ਰੀਚ ਹੋਈ। 14 ਅਪ੍ਰੈਲ ਨੂੰ ਉਹਨਾਂ ਨੂੰ ਅਲਾਉ ਕੀਤਾ ਕਿ ਵੀ ਜਾਓ। ਲੇਕਿਨ ਇੱਥੇ ਕਿਵੇਂ ਪੂਰਾ ਹਫਤਾ ਜਿਹੜਾ ਉਹਨਾਂ ਨੇ ਜ਼ਖਮੀ ਤਾਂ ਲਏ ਹੀ ਨਹੀਂ, ਮਾਰ ਹੀ ਦਿੱਤੇ ਜਿੰਨੇ ਵੀ ਨੇ। ਜਿਹੜੇ ਜ਼ਖਮੀ ਵੀ ਸੀ ਡੰਪ ਟਰੱਕਾਂ 'ਚ ਸੁੱਟੇ, ਲਿਜਾ ਕੇ ਜਿਹੜਾ ਮਿੱਟੀ ਦੇ ਤੇਲ ਦਾ ਉਹ ਪਾ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ। ਔਰ ਕਿਸ ਲੈਵਲ ਦੇ ਉੱਤੇ ਕਿਲਿੰਗਸ, ਕਿੰਨੀ ਵੱਡੀ ਤਬਾਹੀ, ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕਰਨਾ, ਔਰ ਕਿਵੇਂ ਅੱਜ ਤੱਕ ਇਸ ਵਾਕਿਆ ਨੂੰ ਅਸੀਂ 32-33 ਸਾਲ ਬੀਤ ਗਏ ਨੇ, ਮੁਆਫੀ ਜਾਂ ਅਕਾਊਂਟੇਬਿਲਟੀ ਤੇ ਦੂਰ ਦੀ ਗੱਲ, ਅੱਜ ਵੀ ਇਸ ਵਾਕਿਆ ਦੇ ਲਈ ਸਿੱਖਾਂ ਨੂੰ ਹੀ ਦੋਸ਼ ਦਿੱਤਾ ਜਾਂਦਾ ਹੈ ਕਿ ਜੀ ਉਹ ਅੰਦਰ ਹਥਿਆਰ ਲੈ ਕੇ ਗਏ ਜੀ, ਉਹ ਦੂਸਰਾ ਕਰਕੇ ਗਏ ਜੀ, ਇਸ ਲਈ ਹੋਇਆ। ਹੁਣ ਇੱਕ ਪਾਸੇ ਉਹ ਗੈਰ ਰੂਲਰ ਸਨ ਔਰ ਉਹਨਾਂ ਨੇ ਇੱਕ ਡਰ ਪੈਦਾ ਕਰਨ ਦੇ ਲਈ, ਸਹਿਮ ਪੈਦਾ ਕਰਨ ਦੇ ਲਈ ਜਲਿਆਂਵਾਲਾ ਬਾਗ ਦਾ ਇਹ ਕਾਰਾ ਕੀਤਾ ਜੀ। ਲੇਕਿਨ ਇਧਰ ਇਹਨਾਂ ਨੇ ਉਸ ਕੌਮ ਦੇ ਮੁਕੱਦਸ, ਉਹ ਇੱਕ ਓਪਨ ਬਾਗ ਦੇ ਵਿੱਚ ਸੀ, ਪੋਲੀਟੀਕਲ ਜਲਸਾ ਸੀ। ਇੱਥੇ ਸਾਡੇ ਪ੍ਰਾਣਾਂ ਤੋਂ ਪਿਆਰੇ, ਸਾਡਾ ਮੱਕਾ, ਸਾਡਾ ਉਹ ਜਿਸ ਨੂੰ ਅਸੀਂ 2 ਵੇਲੇ ਦੀ ਅਰਦਾਸ 'ਚ ਯਾਦ ਕਰਦਾ ਹੈ ਸਿੱਖ, ਸ੍ਰੀ ਅੰਮ੍ਰਿਤਸਰ ਜੀ ਦਾ ਇਸ਼ਨਾਨ, ਅਸੀਂ ਉਸ ਧਰਤੀ ਦੇ ਇਸ਼ਨਾਨ ਦੀ ਲੋਚਾ ਕਰਦੇ ਹਾਂ। ਸਾਡਾ ਉਹ ਮੁਕੱਦਸ ਮੁਕਾਮ ਔਰ ਉਸ ਨੂੰ ਕਿਸ ਕਦਰ ਉਸ ਸ਼ਹੀਦੀ ਦਿਨ ਵਾਲੇ ਮੌਕੇ ਖੂਨ ਦੇ ਨਾਲ ਜਿਹੜਾ ਹੈ ਉਹ ਸਾਰੀ ਪਰਿਕਰਮਾ ਔਰ ਸਰੋਵਰ ਲਾਲ ਕਰ ਦਿੱਤਾ ਗਿਆ ਔਰ ਕਿਸ ਹੱਦ ਤੱਕ। ਇਧਰ ਹੰਟਰ ਕਮਿਸ਼ਨ ਬੈਠਾ, ਇਨਕੁਆਇਰੀ ਹੋਈ, 2 ਸਾਲ ਪਹਿਲਾਂ ਰਿਟਾਇਰਮੈਂਟ ਹੋਇਆ। ਉਧਰ ਜਿਨ੍ਹਾਂ ਨੇ ਉਹਦੇ 'ਚ ਪਾਰਟਿਸਿਪੇਟ ਕੀਤਾ, ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਗਿਆਨੀ ਜ਼ੈਲ ਸਿੰਘ ਨੇ ਵੱਡਾ ਸਮਾਗਮ ਕਰਕੇ 80 ਤੋਂ ਜ਼ਿਆਦਾ ਜਿਹੜੇ ਆਫੀਸਰ ਸਨ, ਜਿਨ੍ਹਾਂ ਦੇ ਵਿੱਚ ਹਾਇਰ ਰੈਂਕ ਦੇ, ਔਰ ਉਹਨਾਂ ਨੂੰ ਆਨਰ ਕੀਤਾ ਗਿਆ ਬਹਾਦਰੀ ਦਿਖਾਉਣ ਦੇ ਲਈ ਕਿ ਤੁਸੀਂ ਆਪਣੇ ਦੇਸ਼ ਦੇ ਸ਼ਹਿਰੀਆਂ ਨੂੰ ਇਹ ਜਿਹੜਾ ਕੀਤਾ। ਜਲਿਆਂਵਾਲੇ ਬਾਗ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਅਰੂੜ ਸਿੰਘ, ਜਿਹਨੇ 2 ਦਿਨ ਬਾਅਦ ਸੱਦ ਕੇ ਡਾਇਰ ਨੂੰ ਸਿਰੋਪਾਓ ਦਿੱਤਾ, ਉਸ ਨੂੰ ਸਿੱਖਾਂ ਨੇ ਕਦੇ ਮੁਆਫ ਨਹੀਂ ਕੀਤਾ। ਅੱਜ ਵੀ ਜਦੋਂ ਗੱਦਾਰੀ ਦੀ ਗੱਲ ਹੁੰਦੀ ਹੈ ਔਰ ਇੱਕ ਸਟੇਜ ਉਹ ਆਈ ਕਿ ਅਰੂੜ ਸਿੰਘ ਨੇ ਗਲ 'ਚ ਪੱਲਾ ਪਾ ਕੇ ਆ ਕੇ ਸੰਗਤ ਦੇ ਸਾਹਮਣੇ ਮਾਫੀ ਮੰਗੀ, ਅਸਤੀਫਾ ਵੀ ਦਿੱਤਾ,
ਲੇਕਿਨ 98 ਸਾਲ ਬੀਤਣ ਬਾਅਦ ਵੀ ਜਦੋਂ ਅਕਾਲ ਤਖਤ ਦੇ ਟ੍ਰੇਟਰਸ ਦੀ ਗੱਲ ਹੁੰਦੀ ਹੈ ਤੇ ਅਰੂੜ ਸਿੰਘ ਦਾ ਨਾਂ ਹੁੰਦਾ ਹੈ ਕਿ ਉਹਨੇ ਡਾਇਰ ਨੂੰ ਸਿਰੋਪਾਓ ਦਿੱਤਾ ਸੀ। ਪਰ ਇਸ ਦੇ ਉਲਟ ਤੁਸੀਂ ਦੇਖੋ ਕਿ ਕਿਸ ਕਦਰ ਅੱਜ ਵੀ ਸਾਡਾ ਅਕਾਲ ਤਖਤ ਇਹਨਾਂ ਟ੍ਰੇਟਰਸ ਦੇ ਕੰਟਰੋਲ ਦੇ ਵਿੱਚ ਹੀ ਹੈ। ਇੱਕ ਤੋਂ ਬਾਅਦ ਇੱਕ ਇਸ ਕਿਸਮ ਦੇ ਸਟੂਜ ਲਿਆ ਕੇ ਰੱਖੇ ਜਾਂਦੇ ਨੇ, ਕਿਉਂਕਿ ਜੇ ਅਰੂੜ ਸਿੰਘ ਨੂੰ ਮਾਫ ਨਹੀਂ ਸੀ ਕੀਤਾ ਸਿੱਖਾਂ ਨੇ ਤੇ ਕਿਰਪਾਲ ਸਿੰਘ ਜਿਹਨੇ ਜੂਨ 84 ਦੇ ਵਿੱਚ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਖਲੋ ਕੇ ਟੀਵੀ ਕੈਮਰਿਆਂ ਦੇ ਸਾਹਮਣੇ ਕਿਹਾ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਉਸ ਨੂੰ ਵੀ ਜਿਹੜਾ ਸਿੱਖ ਜਵਾਨੀ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਵੱਖਰੀ ਗੱਲ ਹੈ ਕਿ ਉਹ ਬਚ ਗਿਆ, ਲੇਕਿਨ ਇਹ ਪਾਰਟ ਹਮੇਸ਼ਾ ਜਦੋਂ ਅਸੀਂ ਆਨ ਤੇ ਅਣਖ ਦੀ ਗੱਲ ਕਰਦੇ ਹਾਂ ਤੇ ਫਿਰ ਸਿੱਖੀ ਦੀ ਆਨ ਔਰ ਅਣਖ ਇਹ ਇਸ ਗੱਲ ਦਾ ਹਮੇਸ਼ਾ ਹੀ ਰਹੀ ਹੈ ਕਿ ਭਾਈ ਅਸੀਂ ਜੋ ਸਾਡੇ ਦਸਵੇਂ ਪਿਤਾ ਨੇ ਖਾਲਸਾ ਸਾਜਨਾ ਦੇ ਮੌਕੇ ਜੋ ਸਾਨੂੰ ਆਦੇਸ਼ ਫਰਮਾਨ ਦਿੱਤਾ ਸੀ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਅਸੀਂ ਨਿਰਧਨ ਦੇ ਪ੍ਰਤਪਾਲਕ ਹੈ ਜਿਸ ਦਾ ਕੋਈ ਨਹੀਂ ਹੈ, ਬਿਲਕੁਲ ਬਿਨਾਂ ਸਾਧਨਾ ਤੋਂ ਹੈ ਖਾਲਸੇ ਦੀ ਸ਼ੈਲਟਰ ਚ ਆਂਦਾ ਹੈ, ਖਾਲਸਾ ਦੇਗ ਤੇਗ ਫਤਿਹ ਦੀ ਜਾਮਨੀ ਦਿੰਦਾ ਹੈ ਔਰ ਦੁਸ਼ਟ ਨੂੰ ਗਾਲਣਾ, ਟਾਇਰੈਂਟ ਨੂੰ ਸਜ਼ਾ ਯਾਫਤਾ ਕਰਨਾ। ਸੋ ਅਸੀਂ ਅੰਗਰੇਜ਼ਾਂ ਦੀ ਜਲਿਆਂਵਾਲੇ ਬਾਗ ਤੋਂ ਬਾਅਦ ਫਿਰ ਸਿੱਖ ਆਰਾਮ ਨਾਲ ਨਹੀਂ ਸੀ ਬੈਠੇ। ਇਮੀਡੀਏਟਲੀ ਬਾਅਦ ਮਹੰਤਾਂ ਦੇ ਖਿਲਾਫ 1920 ਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ ਹੈ ਔਰ ਅਰੂੜ ਸਿੰਘ ਦਾ ਸਿਰੋਪਾਓ ਦੇਣਾ ਇੱਕ ਟ੍ਰਿਗਰਿੰਗ ਪੁਆਇੰਟ ਸੀ। ਫਿਰ ਸਮੁੱਚੇ ਤੌਰ ਦੇ ਉੱਤੇ ਜਿੱਥੇ ਗਾਂਧੀ ਦੇ ਅਹਿੰਸਾ ਦੇ ਨਾਂ ਵਾਲੇ ਲੋਕ ਡਾਂਗਾਂ ਤੋਂ ਦੌੜ ਰਹੇ ਸੀ, ਫਿਰ ਕਿਵੇਂ 6-6 ਫੁੱਟੇ ਸਿੱਖਾਂ ਨੇ ਉਹ ਡਾਂਗਾਂ ਖਾਧੀਆਂ, ਲਾਠੀਆਂ ਖਾਧੀਆਂ, ਅੰਗਰੇਜ਼ ਸਾਮਰਾਜ ਨੂੰ ਚੈਲੰਜ ਕੀਤਾ ਤੇ ਫਿਰ ਕਿਵੇਂ ਸਾਡੇ ਇਹ ਊਧਮ ਸਿੰਘ ਹੋਣ, ਭਗਤ ਸਿੰਘ ਹੋਣ, ਦੂਸਰੇ ਹੋਣ, ਫਾਂਸੀ ਦੇ ਰੱਸਿਆਂ ਤੇ ਝੂਲੇ ਔਰ ਅਲਟੀਮੇਟਲੀ 1947 ਦੇ ਵਿੱਚ ਅੰਗਰੇਜ਼ਾਂ ਨੂੰ ਜਿਹੜਾ ਉੱਥੋਂ ਪੈਕ ਕੀਤਾ। ਪਰ ਬਦਕਿਸਮਤੀ ਕਿ ਅਸੀਂ ਇੱਕ ਗੁਲਾਮੀ ਛੱਡ ਕੇ ਦੂਜੀ ਗੁਲਾਮੀ ਸੰਘੇੜੀ ਔਰ ਇਹੀ ਪਾਰਟ ਜੇ ਅਸੀਂ ਅੱਜ ਵੀ ਕਹੀਏ ਸੋ ਜਲਿਆਂਵਾਲੇ ਬਾਗ ਦਾ ਜਵਾਬ ਸੀ ਆਜ਼ਾਦੀ। ਔਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜਲਿਆਂਵਾਲੇ ਬਾਗ ਨੇ ਭਾਰਤ ਦੀ ਆਜ਼ਾਦੀ ਤਹਿਰੀਕ ਦੇ ਵਿੱਚ ਇੱਕ ਜਾਨ ਫੂਕੀ ਸੀ। ਤੇ ਜੇ ਅਸੀਂ ਜੂਨ 84 ਦੇ ਇਸ ਵੱਡੇ ਪੈਮਾਨੇ ਦੇ ਘੱਲੂਕਾਰੇ ਦੀ ਗੱਲ ਕਰੀਏ ਤੇ ਫਿਰ ਇਸ ਦਾ ਵੀ ਜਿਹੜਾ ਜਵਾਬ ਸੀ ਭਾਰਤੀ ਜ਼ੁਲਮ ਦਾ ਉਹ ਸੀ ਖਾਲਸੇ ਦੀ ਮੁਕੰਮਲ ਆਜ਼ਾਦੀ, ਖਾਲਿਸਤਾਨ ਦੀ ਸਥਾਪਨਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1.5 ਲੱਖ ਤੋਂ ਜ਼ਿਆਦਾ ਖਾਲਸੇ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕੀਤੇ ਨੇ। ਲੇਕਿਨ ਅੱਜ ਵੀ ਜਿਹੜਾ ਇਹ ਸਾਡੀ ਆਜ਼ਾਦੀ ਦੀ ਜਦੋਂ ਗੱਲ ਹੁੰਦੀ ਹੈ ਇੱਕ ਤਬਕਾ ਸਾਡਾ ਐਸਾ ਭਗੌੜਾਪਨ ਦਾ ਸ਼ਿਕਾਰ ਹੈ ਔਰ ਸਰਕਾਰ ਨੇ ਕਿਵੇਂ ਸਾਡੀ ਇਸ ਗਲੋਰੀਅਸ ਸਟਰਗਲ ਨੂੰ ਕਾਲਾ ਦੌਰ ਔਰ ਆਤੰਕਵਾਦ, ਅਲਗਾਵਵਾਦ, ਉਗਰਵਾਦ, ਪਤਾ ਨਹੀਂ ਕਿਹੜਾ ਕਿਹੜਾ ਵਾਦ ਦੇ ਟਾਈਟਲ ਦੇ ਥੱਲੇ ਜੋੜਿਆ ਹੋਇਆ। ਸੋ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ 98 ਸਾਲ ਬਾਅਦ, ਹਮੇਸ਼ਾ ਹੀ ਜਲਿਆਂਵਾਲਾ ਬਾਗ ਇੱਕ ਦੁਖਾਂਤ ਸੀ ਔਰ ਦੁਸ਼ਟ ਨੂੰ ਸਜ਼ਾ ਵੀ ਇੱਕ ਸਿੱਖ ਨੇ ਦਿੱਤੀ। ਪਰ ਸਿੱਖ ਕੌਮ ਇਹ ਯਾਦ ਕਰੇ ਕਿ ਜੂਨ 84 ਦਾ ਇੰਨਾ ਵੱਡਾ ਘੱਲੂਘਾਰਾ ਹੈ ਔਰ ਉਸ ਨੂੰ ਵਰਤਾਨ ਵਾਲੇ ਦਿੱਲੀ ਦੇ ਹਾਕਮ ਅੱਜ ਵੀ ਜਿਹੜੇ ਇੱਕ ਜਾਂ ਦੂਸਰੇ ਫਾਰਮ 'ਚ ਦਿੱਲੀ ਦੇ ਤਖਤ ਤੇ ਨੇ ਔਰ ਕੌਮ ਦੇ ਗਲਾਂ ਦੇ ਵਿੱਚ ਜਿਹੜਾ ਗੁਲਾਮੀ ਦਾ ਤੋਕ ਹੈ, ਗੁਲਾਮੀ ਦੀ ਪੰਜਾਲੀ ਹੈ ਜੀ, ਉਹ ਪਈ ਹੋਈ ਹੈ। ਕਦੋਂ ਅਸੀਂ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ ਇਹ ਇਸ ਦਾ ਜਿਹੜਾ ਖਾਲਸੇ ਨੇ ਦੇਖਣਾ ਕਿ ਕੀ ਉਹਨਾਂ ਨੇ ਇਸ ਗੁਲਾਮੀ ਦੇ ਵਿੱਚ ਘੁੱਟ ਘੁੱਟ ਕੇ ਮਰ ਜਾऊं, ਇਹ ਮਰਜ਼ੀ ਮੇਰੇ ਸਯਾਦ ਕੀ ਹੈ, ਘੁੱਟ ਘੁੱਟ ਕੇ ਮਰਨੇ ਜਾਂ ਆਜ਼ਾਦੀ ਦੇ ਨਾਲ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਬਾਦਸ਼ਾਹਤ, ਇੱਕ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਕਾਇਮ ਕਰਨਾ। ਸੋ ਇਹ ਚੈਲੰਜ ਸਾਡੇ ਸਾਹਮਣੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਲਿਆਂਵਾਲੇ ਬਾਗ ਦਾ ਘਟਨਾਕ੍ਰਮ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।